परेशान हो के मतलब कि जदों एंड ही हो गई है, जदों कोई हल होर निकलिया ही नहींगा, मैं उस तो बाद जो मेरा लीगल राइट सीगा वो अवेल किया है। वो अवेल करके जो मैनू कानूनी अधिकार ने ਉਹਦੇ अंडर मैं एक सूट फॉर डैमेजिस सिविल सूट पाया हुआ है ते एक इन्हां दे क्रिमिनल कंप्लेंट 499 500 166 120 दी पाई है। बिल्कुल डीसी एडीसी रह के गए ने, लुधियाने डीसी रहे ने और इन्हां नूं ਕੰਮ ਦੀ ਨੌਲੇਜ ਇੰਨੀ ਜ਼ਿਆਦਾ ਹੋ ਗਈ ਤੇ ਇਹਨਾਂ ਨੂੰ ਇਹ ਨੌਲੇਜ ਹੋ ਗਈ ਵੀ ਕਿੱਦਾਂ ਲੋਕਾਂ ਨੂੰ ਹਰਾਸ ਕਰਨਾ ਤੇ ਕਿੱਦਾਂ ਬਚਣਾ। ਇਸ ਕਰਕੇ ਇਹਨਾਂ ਨੇ ਸੁਣਵਾਈਆਂ ਹੀ ਲੋਕਾਂ ਦੀਆਂ ਬੰਦ ਕਰਤੀਆਂ ਸੀਗੀਆਂ। ਇਹਨਾਂ ਨੇ ਡਿਵੈਲਪਮੈਂਟ ਤਾਂ ਕੀ ਕਰਨੀ, ਇਹਨਾਂ ਨੇ ਆਪਣੀਆਂ ਦੁਸ਼ਮਣੀਆਂ ਕੱਢਣੀਆਂ ਸ਼ੁਰੂ ਕਰਤੀਆਂ। ਇਹ ਵੀਡੀਓ ਮੈਂ ਐਮਐਲਏ ਵੈਸ ਸਾਹਿਬ ਨੂੰ ਭੇਜੀ ਸੀ 27 ਜੁਲਾਈ ਨੂੰ, ਮੇਰੇ ਕੋਲ ਰਿਕਾਰਡਿੰਗ ਹੈਗੀ ਹੈ। ਇਹ ਹਾਲ ਇਹਨਾਂ ਨੇ ਮੇਰੀ ਗਲੀ ਦਾ किता। मैनू 3 साल तो इन्होंने मेरी गली पट के छड्डती। केस जिहड़ा किता मैं ये डैमेजिस का किता वा, जिहड़ी मैनू इन्हां करके नुकसान होया, मेरे क्लाइंटेज घटी, मेरे क्लाइंट्स मेरे एरिए तो आने तो घट गए, मेरे रिश्तेदार जिहड़े कहण लग पे भी तुहाडे तां असीं घर ही नहीं आ सकदे, भी सड़कां टुटियां होईयां ने। मैं इत्थे तक कि अपना वो मकान सेल करन ते लाता। मेरा गाहक जिहड़ा 40 ਲੱਖ रुपए मेरा मकान खरीद रहा सी, ਉਹਨੂੰ ਇਹਨਾਂ ਨੇ ਭਜਾਤਾ ਸਰਪੰਚ ਨੇ ਤੇ ਐਮਐਲਏ ਨੇ ਕਹਿ ਕੇ ਕਿ ਇਹ ਮਕਾਨ ਤੂੰ ਕਿਉਂ ਖਰੀਦ ਰਿਹਾ, ਇਹ ਤਾਂ ਅਸੀਂ ਸੜਕ ਹੀ ਨਹੀਂ ਬਣਨ ਦੇਣੀ। ਅਸੀਂ ਦੇਖਿਆ ਕਿ ਹੁਣ ਕੱਲ ਹੈਬੋਵਾਲ ਦੇ ਵਿੱਚ ਇੱਕ ਗੱਡੀ ਟੋਏ ਦੇ ਵਿੱਚ ਡਿੱਗ ਗਈ। ਉਹ ਸੜਕ ਦੇ ਵਿੱਚ ਜੀ, ਮੈਂ ਸੜਕ ਦੇ ਵਿੱਚ ਟੋਇਆ ਕਿਉਂ ਕਹਿ ਰਿਹਾ, ਉਹ ਸਾਰੀ ਸੜਕ ਹੀ ਟੋਇਆ ਵਾ। ਤੁਹਾਡੇ ਕਹਿਣ ਦਾ ਮਤਲਬ ਉਹ ਬੰਦਾ ਵੀ ਕੇਸ ਕਰ ਸਕਦਾ ਹੈ, ਮੌਜੂਦਾ ਐਮਐਲਏ ਤੇ ਮੌਜੂਦਾ ਰਾਜਨੇਤਾ ਤੇ ਮੌਜੂਦਾ ਕਾਉਂਸਲਰ ਤੇ। ਬਿਲਕੁਲ ਜੀ, ਉਹ ਬੰਦਾ ਵੀ ਕੇਸ ਕਰ ਸਕਦਾ ਵੈ। ਇਹ ਉਸ ਏਰੀਏ ਦੇ ਮੁਰੰਮਤ ਲਈ ਰਿਲਾਇਬਲ ਹੈ, ਉਹਦੇ ਲਈ ਉਹਦੇ ਤੇ ਕਰੇ, ਠੇਕੇਦਾਰ ਤੇ ਕਰੇ, ਉਹ ਹਰੇਕ ਬੰਦੇ ਤੇ ਕੇਸ ਕਰ ਸਕਦਾ ਜਿਹਦੇ ਕਰਕੇ ਉਹਦਾ ਨੁਕਸਾਨ ਹੋਇਆ। ਇਹ ਦੇਖਿਆ ਅੱਜ ਕੱਲ੍ਹ ਲੋਕ ਪਬਲਿਸਿਟੀ ਭਾਲਣ ਲਈ ਵੱਡੇ ਵੱਡੇ ਨੇਤਾਵਾਂ ਤੇ ਜਾਂ ਵੱਡੇ ਵੱਡੇ ਲੋਕਾਂ ਤੇ ਕੇਸ ਕਰ ਦਿੰਦੇ। ਤੁਸੀਂ ਵੀ ਕੁਝ ਏਦਾਂ ਦਾ ਹੀ ਤਾਂ ਨਹੀਂ ਕਰ ਰਹੇ? ਮੈਂ ਤੁਹਾਨੂੰ ਇੱਕ ਪ੍ਰੂਫ ਦਿਖਾਇਆ ਸੀਗਾ ਜਿਹਦੇ ਵਿੱਚ ਆ ਮੇਰੀ ਸੜਕ ਬਿਲਕੁਲ ਇਹਨਾਂ ਨੇ ਜਲੂਸ ਕੱਢ ਰੱਖਿਆ। ਇਹਨਾਂ ਨੇ ਸੜਕ ਦਾ ਮੈਂ ਇਹਨਾਂ ਨੂੰ 10 ਵਾਰੀ ਇਹ ਵੀਡੀਓ ਭੇਜ ਕੇ ਰਿਕੁਐਸਟ ਕਰ ਚੁੱਕਾ। ਮੈਂ ਵੈਦ ਸਾਹਿਬ ਦਾ WhatsApp ਤੁਹਾਨੂੰ ਮੈਸੇਜ ਦਿਖਾ ਸਕਦਾ ਜਿਹਦੇ ਤੇ ਮੈਂ ਵੈਦ ਸਾਹਿਬ ਨੂੰ ਕਿੰਨੀ ਵਾਰੀ ਰਿਕੁਐਸਟ ਕੀਤੀ। ਮੈਂ ਵੈਦ ਸਾਹਿਬ ਦੀਆਂ ਤੁਹਾਡੀ ਇੱਕ ਪਹਿਲਾਂ ਵੀ ਗੱਲਬਾਤ ਇੰਟਰਵਿਊ ਹੋਈ ਸੀ ਤੇ ਵੈਦ ਸਾਹਿਬ ਨੇ ਉਸ ਤੋਂ ਬਾਅਦ ਕਿਹਾ ਸੀ ਮੈਨੂੰ ਤਾਂ ਕੋਈ ਏਦਾਂ ਦਾ ਨੋਟਿਸ ਜਾਂ ਏਦਾਂ ਦਾ ਕੋਈ ਮੁਕੱਦਮਾ ਮਿਲਿਆ ਹੀ ਨਹੀਂ। ਇਹ ਕੇਸ ਦੀ ਕਾਪੀ ਹੈ ਸੂਟ ਫॉर ਡੈਮੇजेस ਦੀ, ਜਿਹੜਾ ਮੈਂ ਸਿਵਲ ਕੇਸ ਫਾਈਲ ਕੀਤਾ। ਇਹ ਕੇਸ ਦੀ ਕਾਪੀ ਹੈ ਕ੍ਰਿਮੀਨਲ ਕੇਸ ਦੀ 499 120। ਹੁਣ ਵੈਦ ਸਾਹਿਬ ਨੇ ਕਈ ਜਗ੍ਹਾ ਤੇ ਕਹਿਤਾ ਜੀ ਮੈਨੂੰ ਤਾਂ ਕੇਸ ਦੇ ਬਾਰੇ ਨਹੀਂ ਪਤਾ। ਇਹ ਵੈਦ ਸਾਹਿਬ ਦੇ ਕੋਰਟ ਵੱਲੋਂ ਕੱਢੇ ਸਮਨਾਂ ਦੀ ਕਾਪੀ ਹੈ। ਅੱਛਾ, ਸਮਨ ਵੀ ਨਿਕਲ ਗਏ? ਇਹਨਾਂ ਨੂੰ ਸਮਨ ਹੋ ਗਏ ਨੇ। ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕੇਸ ਵਾਪਸ ਲੈਣ ਲਈ। ਮੈਂ ਵੈਦ ਸਾਹਿਬ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਡੀਸੀ ਏਡੀਸੀ ਐਸਡੀਐਮ ਰਹੇ ਹੋ, ਤੁਹਾਨੂੰ ਕਾਨੂੰਨ ਜ਼ਿਆਦਾ ਮੇਰੇ ਤੋਂ ਪਤਾ ਹੋਣੇ ਚਾਹੀਦੇ ਨੇ। ਔਰ ਤੁਸੀਂ ਅੱਜ ਮੈਨੂੰ ਜਿਹੜਾ ਧਮਕਾ ਰਹੇ ਹੋ, ਆ ਵੈਦ ਸਾਹਿਬ ਹੀ ਨੇ ਜਿਹੜੇ ਮੇਰੇ ਨਾਲ ਖੜ ਕੇ ਰਵਨੀਤ ਬਿੱਟੂ ਦੇ ਇਲੈਕਸ਼ਨਾਂ ਦੇ ਵਿੱਚ ਮੇਰੇ ਨਾਲ ਖੜ ਕੇ ਉੱਥੇ ਫੋਟੋਆਂ ਖਿਚਾਉਂਦੇ ਰਹੇ ਵੋਟਾਂ ਮੰਗਣ ਦੇ ਵੇਲੇ। जनहितैषी टीआरपी नहीं खरीदते, भरोसा जीतते हैं हम। सत श्री अकाल जी, मैं संदीप शर्मा एक बार फिर तुहाडे नाल रूबरू हो रहा। तो अज का जिहड़ा साडा मुद्दा है, टॉपिक है, वो एमएलए ते, जी हाँ, लुधियाना दे एक एमएलए ते होने वाला दीवानी ते फौजदारी मुकदमा है। जी हाँ, तुसी सोचोगे एमएलए ते दीवानी ते फौजदारी मुकदमा? जी हाँ, बिल्कुल तुसी बिल्कुल सही सुन रहे हो। एमएलए ते एक आम शहरी वालों फौजदारी ते दीवानी का जिहड़ा है मुकदमा दायर कर दिता है। तुसी सोच सकते होंगे उस बंदे की मानसिक स्थिति जिन्हें एक एमएलए ते जिन्हों असी आप चुनते हैं, एक जनप्रतिनिधि हुंदा है, उहदे ते दीवानी ते फौजदारी केस करना पै गया, मुकदमा करना पै गया, तो उहदे लई किड्डी हरासमेंट हो चुकी होगी, किन्नी अत हो चुकी होगी जो एक आम इंसान इदां दी गलबात करता है, इदां दा एक्शन स्टैप कदम चुकदा। सो आओ तुहानूं मिलाने उस शख्सियत नाल। एडवोकेट अरुण
ਜਿਹੜਾ ਖੁਰਮੀ ਜੀ ਹੈਗੇ ਆ, ਇਹਨਾਂ ਨੇ ਇਹ ਉਹ ਇਨਸਾਨ ਹੈ ਜਿਨ੍ਹਾਂ ਨੇ ਇੱਕ ਲੁਧਿਆਣੇ ਸ਼ਹਿਰ ਦੇ ਐਮਐਲਏ ਤੇ ਇਦਾਂ ਦਾ ਜਿਹੜਾ ਮੁਕੱਦਮਾ ਦਾਇਰ ਕੀਤਾ। ਸੋ ਜਾਣਦੇ ਆ ਕੀ ਹੈ ਮਾਮਲਾ। ਸਤਿ ਸ਼੍ਰੀ ਅਕਾਲ ਸਰ। ਰਾਮ ਰਾਮ ਜੀ, ਮੈਂ ਐਡਵੋਕੇਟ ਅਰੁਣ ਖੁਰਮੀ ਜੀ। ਖੁਰਮੀ ਸਾਹਿਬ, ਕਿਹਾ ਜਾ ਰਿਹਾ ਤੁਸੀਂ ਜਿਹੜੇ ਇੱਕ ਵਿਧਾਇਕ ਤੇ ਉੱਪਰ ਇੱਕ ਕੇਸ ਕਰ ਦਿੱਤਾ, ਇਹ ਕੀ ਰੀਜ਼ਨ ਹੈ ਤੇ ਕੌਣ ਵਿਧਾਇਕ ਹੈਗੇ? ਸਰ, ਮੈਂ ਬਹੁਤ ਪਰੇਸ਼ਾਨ ਹੋ ਕੇ, ਮਤਲਬ ਕਿ ਜਦੋਂ ਐਂਡ ਹੋ ਗਈ ਹੈ, ਜਦੋਂ ਕੋਈ ਹੱਲ ਹੋਰ ਨਿਕਲਿਆ ਹੀ ਨਹੀਂਗਾ, ਮੈਂ ਉਸ ਤੋਂ ਬਾਅਦ ਜੋ ਮੇਰਾ ਲੀਗਲ ਰਾਈਟ ਸੀਗਾ ਉਹ ਅਵੇਲ ਕੀਤਾ ਹੈ। ਉਹ ਅਵੇਲ ਕਰਕੇ ਜੋ ਮੈਨੂੰ ਕਾਨੂੰਨੀ ਅਧਿਕਾਰ ਨੇ ਉਹਦੇ ਅੰਡਰ ਮੈਂ ਇੱਕ ਸੂਟ ਫॉर ਡੈਮੇजेस ਸਿਵਲ ਸੂਟ ਪਾਇਆ ਹੋਇਆ ਤੇ ਇੱਕ ਇਹਨਾਂ ਦੇ ਕ੍ਰਿਮੀਨਲ ਕੰਪਲੇਂਟ 499 500 166 120 ਦੀ ਪਾਈ ਹੈ। ਐਮਐਲਏ, ਸਰਪੰਚ, ਪੰਚਾਇਤ ਮੈਂਬਰ ਤੇ 2 ਸਰਕਾਰੀ ਮੁਲਾਜ਼ਮ, ਸੈਕਟਰੀ ਤੇ ਜੇਈ। ਇਹਨਾਂ ਨੇ ਮੈਨੂੰ ਇੰਨਾ ਕੁ ਪਰੇਸ਼ਾਨ ਕਰਤਾ ਹੈ ਕਿ ਮੈਨੂੰ ਲਾਸਟ ਵਿੱਚ ਇਹ ਕਦਮ ਚੱਕਣਾ ਪਿਆ। ਮੈਂ ਪਿਛਲੇ 3 ਸਾਲ ਤੋਂ ਇਹਨਾਂ ਦੇ ਹੱਥੋਂ ਹਰਾਸਮੈਂਟ ਭੁਗਤ ਰਿਹਾ। ਇਹ ਐਮਐਲਏ ਸਾਹਿਬ, ਕਿਉਂਕਿ ਪਹਿਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਲਕੁਲ ਇਹ ਏਡੀਸੀ ਰਹਿ ਕੇ ਗਏ ਨੇ, ਲੁਧਿਆਣੇ ਡੀਸੀ ਰਹੇ ਨੇ, ਔਰ ਇਹਨਾਂ ਨੂੰ ਕੰਮ ਦੀ ਨੌਲੇਜ ਇੰਨੀ ਜ਼ਿਆਦਾ ਹੋ ਗਈ ਤੇ ਇਹਨਾਂ ਨੂੰ ਇਹ ਨੌਲੇਜ ਹੋ ਗਈ ਵੀ ਕਿੱਦਾਂ ਲੋਕਾਂ ਨੂੰ ਹਰਾਸ ਕਰਨਾ ਤੇ ਕਿੱਦਾਂ ਬਚਣਾ। ਇਸ ਕਰਕੇ ਇਹਨਾਂ ਨੇ ਸੁਣਵਾਈਆਂ ਹੀ ਲੋਕਾਂ ਦੀਆਂ ਬੰਦ ਕਰਤੀਆਂ ਸੀਗੀਆਂ। ਐਮਐਲਏ ਵੈਦ ਜਿਹੜੇ ਹੈਗੇ ਨੇ, ਸਾਡੇ ਇੱਕ ਗਿੱਲ ਹਲਕੇ ਦੇ ਐਮਐਲਏ ਚੁਣੇ ਗਏ ਕਾਂਗਰਸ ਵੱਲੋਂ। ਇਹਨਾਂ ਨੇ ਆ ਕੇ ਗਿੱਲ ਹਲਕੇ ਦੇ ਵਿੱਚ ਬਹੁਤ ਪ੍ਰਚਾਰ ਕੀਤਾ ਕਿ ਅਸੀਂ ਗਿੱਲ ਹਲਕੇ ਨੂੰ ਇੰਨਾ ਕੁ ਡਿਵੈਲਪ ਕਰ ਦਾਂਗੇ ਕਿ ਉਹ ਪਿੰਡੂ ਏਰੀਆ ਰਹੂਗਾ ਹੀ ਨਹੀਂ। ਪਰ ਬਹੁਤ ਦੁਖੀ ਹੋ ਕੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਣਾ ਵਾਂ ਜੋ ਮੈਂ ਹਰਾਸਮੈਂਟ ਫੇਸ ਕੀਤੀ ਹੈ। ਇਹਨਾਂ ਨੇ ਡਿਵੈਲਪਮੈਂਟ ਤਾਂ ਕੀ ਕਰਨੀ, ਇਹਨਾਂ ਨੇ ਆਪਣੀਆਂ ਦੁਸ਼ਮਣੀਆਂ ਕੱਢਣੀਆਂ ਸ਼ੁਰੂ ਕਰਤੀਆਂ। ਇਹ ਵੀਡੀਓ ਮੈਂ ਐਮਐਲਏ ਵੈਦ ਸਾਹਿਬ ਨੂੰ ਭੇਜੀ ਸੀ 27 ਜੁਲਾਈ ਨੂੰ, ਮੇਰੇ ਕੋਲ ਰਿਕਾਰਡਿੰਗ ਹੈਗੀ ਹੈ। ਇਹ ਹਾਲ ਇਹਨਾਂ ਨੇ ਮੇਰੀ ਗਲੀ ਦਾ ਕੀਤਾ। ਮੈਨੂੰ 3 ਸਾਲ ਤੋਂ ਇਹਨਾਂ ਨੇ ਮੇਰੀ ਗਲੀ ਪੱਟ ਕੇ ਛੱਡਤੀ। ਉਹ ਗਲੀ ਪੱਟੀ ਤੇ 3 ਸਾਲ ਮੈਂ ਇਹਨਾਂ ਨੂੰ ਪਹਿਲੇ ਰਿਕੁਐਸਟ ਕਰਦਾ ਰਿਹਾ। ਇਹ ਕਹਿੰਦੇ ਰਹੇ ਜਦੋਂ ਬਣੇਗੀ ਸਾਰੀ ਬਣ ਜਾਏਗੀ। 3 ਸਾਲ ਗਲੀ ਪੱਟਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਜਦੋਂ ਤੁਹਾਡਾ ਉਹਦਾ ਟੈਂਡਰ ਹੀ ਨਹੀਂ ਹੋਇਆ, ਉਸ ਗਲੀ ਦਾ ਪੈਸਾ ਰਿਲੀਜ਼ ਨਹੀਂ ਹੋਇਆ ਅਗਰ, ਤੇ ਕਿਹੜਾ ਠੇਕੇਦਾਰ 3 ਸਾਲ ਪਹਿਲੇ ਪੱਟ ਕੇ 3 ਸਾਲ ਬਾਅਦ ਬਣਾਉਂਦਾ ਹੈ। ਉਹ ਗਲੀ ਬਣਾਉਣ ਤੋਂ ਬਾਅਦ ਇਹਨਾਂ ਨੇ ਮੈਨੂੰ ਇੰਨਾ ਹਰਾਸ ਕੀਤਾ ਕਿ 3 ਸਾਲ ਬਾਅਦ ਇਸ ਸਾਲ 2021 ਦੇ ਵਿੱਚ ਗਲੀ ਜਿਹੜੀ ਹੈਗੀ ਹੈ ਮਾਰਚ ਵਿੱਚ ਬਣਨੀ ਸ਼ੁਰੂ ਹੋ ਗਈ। 900 ਫੁੱਟ ਦੀ ਗਲੀ 800 ਫੁੱਟ ਬਣਾ ਕੇ ਮੇਰੇ ਦਰਵਾਜ਼ੇ ਤੋਂ 100 ਫੁੱਟ ਅੱਗੇ ਗਲੀ ਛੱਡ ਦਿੱਤੀ ਗਈ। ਸਾਰਾ ਮਟੀਰੀਅਲ ਜਿਹੜਾ ਬਚਿਆ ਸੀ, ਇੱਟਾਂ, ਰੋੜੇ, ਰੇਤਾ, ਉਹ ਸਾਰਾ ਚੱਕ ਕੇ ਲੈ ਗਏ। ਉਹ ਲਿਜਾ ਕੇ ਅੱਜ 10 ਮਹੀਨੇ ਹੋ ਗਏ ਨੇ। ਮੈਂ ਵੈਦ ਸਾਹਿਬ ਦੇ ਬੜੇ ਫੋਨ ਕੀਤੇ, ਮੇਰੇ ਕੋਲ ਰਿਕਾਰਡਿੰਗਸ ਪਈਆਂ ਨੇ, ਇਹਨਾਂ ਨੂੰ ਬੜੇ ਮੈਸੇਜ ਕੀਤੇ, ਮੇਰੇ ਕੋਲ ਰਿਕਾਰਡਿੰਗਸ ਪਈਆਂ ਨੇ। ਇਹਨਾਂ ਨੇ ਮੇਰੇ ਕੋਲ ਆ ਵੀਡੀਓ ਮੰਗਾਈ ਵੀ ਕੀ ਦਿੱਕਤ ਆ ਰਹੀ ਹੈ, ਵੀਡੀਓ ਭੇਜੀ ਇਹਨਾਂ ਨੂੰ ਜੂਨ ਜੁਲਾਈ ਦੇ ਵਿੱਚ, ਉਹ ਵੀ ਇਹਨਾਂ ਦੇ WhatsApp ਤੇ ਮੇਰੇ ਕੋਲ ਪਿਆ ਹੋਇਆ। ਲਾਸਟ ਵਿੱਚ ਜਾ ਕੇ ਅੱਜ ਕਰ ਦਿੰਨੇ, ਕੱਲ ਕਰ ਦਿੰਨੇ ਆ, ਮੇਰੇ ਬੰਦਾ ਨਹੀਂ ਸੁਣ ਰਿਹਾ, ਮੇਰਾ ਬੰਦਾ ਨਹੀਂ ਬੈਠਾ, ਆਫਿਸ ਖਾਲੀ ਪਿਆ, ਆਫਿਸ ਸਟ੍ਰਾਈਕ ਹੋ ਗਈ ਹੈ। ਲਾਸਟ ਵਿੱਚ ਜਾ ਕੇ ਮੈਨੂੰ ਜਦੋਂ ਹਰਾਸਮੈਂਟ ਬਿਲਕੁਲ ਸਿਰੇ ਤੋਂ ਉੱਪਰ ਹੋ ਗਈ, ਮੈਂ ਇਹਨਾਂ ਤੇ ਸੂਟ ਫॉर ਡੈਮੇजेस ਫਾਈਲ ਕੀਤਾ ਟੂ ਦੀ ਇਫੈਕਟ ਦੈਟ ਪਲੈਂਟਿਫ ਇਜ਼ ਐਂਟਾਈਟਲਡ ਫਰੋਮ ਦਾ ਡਿਫੈਂਡੈਂਟ ਔਨ ਅਕਾਊਂਟ ਆਫ ਰੈਪੂਟੇਸ਼ਨ, ਫਾਈਨੈਂਸ਼ੀਅਲ, ਸੈਂਟੀਮੈਂਟਲ, ਇਮੋਸ਼ਨਲ, ਫਿਜ਼ੀਕਲ ਹਰਾਸਮੈਂਟ। ਇਹ ਕੇਸ ਜਿਹੜਾ ਕੀਤਾ ਮੈਂ, ਇਹ ਡੈਮੇजेस ਦਾ ਕੀਤਾ ਵਾ। ਜਿਹੜੀ ਮੈਨੂੰ ਇਹਨਾਂ ਕਰਕੇ ਨੁਕਸਾਨ ਹੋਇਆ, ਮੇਰੇ ਕਲਾਇੰਟੇਜ ਘਟੀ, ਮੇਰੇ ਕਲਾਇੰਟਸ ਮੇਰੇ ਏਰੀਆ ਤੋਂ ਆਉਣ ਤੋਂ ਘਟ ਗਏ, ਮੇਰੇ ਰਿਸ਼ਤੇਦਾਰ ਜਿਹੜੇ ਕਹਿਣ ਲੱਗ ਪਏ ਵੀ ਤੁਹਾਡੇ ਤਾਂ ਅਸੀਂ ਘਰ ਹੀ ਨਹੀਂ ਆ ਸਕਦੇ, ਵੀ ਸੜਕਾਂ ਟੁੱਟੀਆਂ ਹੋਈਆਂ ਨੇ। ਉਸ ਤੋਂ ਬਾਅਦ ਮੇਰੀ ਗੱਡੀ ਦੀ ਡੈਮੇਜ, ਮੇਰੇ ਸਕੂਟਰ ਦੀ ਡੈਮੇਜ, ਮੈਨੂੰ ਫਿਜ਼ੀਕਲ ਡੈਮੇਜ, ਜਿਹੜੀਆਂ ਮੇਰੀਆਂ ਸੱਟਾਂ ਲੱਗੀਆਂ ਉਸ ਟੁੱਟੀ ਗਲੀ ਕਰਕੇ। ਮੈਂ ਇੱਥੇ ਤੱਕ ਕਿ ਆਪਣਾ ਉਹ ਮਕਾਨ ਸੇਲ ਕਰਨ ਤੇ ਲਾਤਾ। ਮੇਰਾ ਗਾਹਕ ਜਿਹੜਾ 40 ਲੱਖ ਰੁਪਏ ਮੇਰਾ ਮਕਾਨ ਖਰੀਦ ਰਿਹਾ ਸੀ, ਉਹਨੂੰ ਇਹਨਾਂ ਨੇ ਭਜਾਤਾ, ਸਰਪੰਚ ਨੇ ਤੇ ਐਮਐਲਏ ਨੇ, ਕਹਿ ਕੇ ਕਿ ਇਹ ਮਕਾਨ ਤੂੰ ਕਿਉਂ ਖਰੀਦ ਰਿਹਾ, ਇਹ ਤਾਂ ਅਸੀਂ ਸੜਕ ਹੀ ਨਹੀਂ ਬਣਨ ਦੇਣੀ। ਉਹ ਬੰਦੇ ਦੇ ਮੋਰੇ ਮੈਨੂੰ ਡਿਫੇਮ ਕੀਤਾ, ਮੇਰੇ ਕਲਾਇੰਟਸ ਦੇ ਮੋਰੇ ਡਿਫੇਮ ਕੀਤਾ। ਮੈਨੂੰ ਉਹ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਮੇਰਾ ਬੰਦਾ ਗਾਹਕ ਮੇਰਾ ਭੱਜ ਗਿਆ। ਇਹ ਸਾਰੇ ਡੈਮੇजेस ਮੈਂ ਕਲੇਮ ਕੀਤੇ ਨੇ। ਪਲੱਸ ਮੈਂ ਇੱਥੇ ਪੁੱਛਣਾ ਚਾਹਾਂਗਾ, ਇਹ ਸਾਰੇ ਜਿਹੜੇ ਤੁਸੀਂ ਇਹਨਾਂ ਤੇ ਕਲੇਮ ਕੀਤੇ ਹੈ ਜਾਂ ਕੇਸ ਕੀਤਾ ਹੈ, ਇਹ ਬੀਇੰਗ ਤੁਹਾਡੇ ਕੋਲ ਇਹ ਰਾਈਟ ਐਜ਼ ਏ ਐਡਵੋਕੇਟ ਹੈ ਜਾਂ ਐਜ਼ ਏ ਇੱਕ ਸਿਵਲ ਸਿਟੀਜ਼ਨ ਹੈਗਾ? ਦੇਖੋ, ਮੈਂ ਤੁਹਾਨੂੰ ਇਹਦੇ ਨਾਲ ਦੱਸ ਦਵਾਂ ਕਿ ਇਹ ਰਾਈਟ ਹਰ ਸਿਟੀਜ਼ਨ ਕੋ ਹੈ। ਓਕੇ। ਆਪਾਂ ਇੱਥੇ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਕਿਸੇ ਵੀ ਕਾਉਂਸਲਰ ਜਾਂ ਕਿਸੇ ਵੀ ਜਨ ਪ੍ਰਤੀਨਿਧੀ ਦੇ ਵੱਲੋਂ ਜੇ ਐਦਾਂ ਦੀ ਚੀਜ਼ ਨਹੀਂ ਕੀਤੀ ਜਾਂਦੀ, ਹਰਾਸਮੈਂਟ ਕੀਤੀ ਜਾ ਰਹੀ ਹੈ ਇੱਕ ਆਮ ਆਦਮੀ ਨੂੰ, ਇੱਕ ਆਮ ਨਾਗਰਿਕ ਨੂੰ, ਸ਼ਾਇਦ ਮੈਂ ਵੀ ਹੋ ਸਕਦਾ ਹਾਂ, ਤੁਸੀਂ ਤਾਂ ਹੈਗੇ ਹੀ ਹੋ, ਮਤਲਬ ਹੋਰ ਵੀ ਕੋਈ ਹੋ ਸਕਦਾ, ਤੇ ਉਹ ਆਪਣੇ ਉਸ ਜਨ ਪ੍ਰਤੀਨਿਧੀ ਦੇ ਅਗੇਂਸਟ ਐਦਾਂ ਦਾ ਮੁਕੱਦਮਾ ਦਾਇਰ ਕਰ ਸਕਦਾ ਹੈ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਮੈਂ ਇਹਨਾਂ ਤੇ ਇੱਕ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕੀਤੀ ਹੈ 499 500 166 120 ਵੀ।
ਇਹਦੇ 'ਚ ਤੁਹਾਨੂੰ ਮੈਂ ਪਾਰਟਿਕੂਲਰ 166 ਦਾ ਦੱਸਦਾ ਵਾਂ। 166 ਦੀ ਬਿਲਕੁਲ ਜਿਹੜੀ ਕਾਨੂੰਨਾਂ ਨੂੰ ਵਰਡਿੰਗ ਹੈ, ਜਦੋਂ ਕੋਈ ਵੀ ਪਬਲਿਕ ਸਰਵੈਂਟ ਲਾਅ ਨੂੰ ਨਹੀਂ ਫੋਲੋ ਕਰਦਾ, ਲਾਅ ਕੀ ਹੈ, ਉਹਦੀ ਨੌਕਰੀ ਜਿਸ ਕੰਮ ਲਈ ਲੱਗੀ ਆ ਉਹ ਲਾਅ ਹੈ ਉਹਦੇ ਲਈ, ਉਹ ਫੋਲੋ ਨਹੀਂ ਕਰਦਾ, ਜਿਹੜਾ ਉਹਨੇ ਕਾਰਪੋਰੇਸ਼ਨ 'ਚ ਰਹਿ ਕੇ ਸੜਕਾਂ ਬਣਾਉਣੀਆਂ, ਬਿਜਲੀ ਠੀਕ ਕਰਨੀ ਹੈ, ਕੋਈ ਵੀ ਐਮਐਲਏ ਜਿਹੜਾ ਤਨਖਾਹ ਲੈ ਰਿਹਾ ਫੋਰ ਬੀਇੰਗ ਐਮਐਲਏ, ਲੋਕਾਂ ਦੀ ਸੇਵਾ ਕਰਨ ਲਈ, ਕੋਈ ਸਰਪੰਚ ਜਿਹੜਾ ਤਨਖਾਹ ਲੈ ਰਿਹਾ ਬੀਇੰਗ ਪਬਲਿਕ ਸਰਵੈਂਟ, ਕੰਮ ਕਰਨ ਲਈ ਲੋਕਾਂ ਦੇ, ਕੋਈ ਕਾਉਂਸਲਰ ਜਿਹੜਾ ਤਨਖਾਹ ਲੈ ਰਿਹਾ ਕੰਮ ਕਰਨ ਲਈ ਲੋਕਾਂ ਦੇ, ਕੋਈ ਵੀ ਸਰਕਾਰੀ ਮੁਲਾਜ਼ਮ, ਚਾਹੇ ਉਹ ਪੁਲਿਸ ਅਫਸਰ ਵੀ ਹੈ, ਕਮਿਸ਼ਨਰ ਤੋਂ ਲੈ ਕੇ ਡੀਸੀ ਤੱਕ, ਹਰ ਬੰਦਾ 166 167 ਦੇ ਅੰਡਰ ਕਵਰ ਹੁੰਦਾ ਹੈ। ਪਬਲਿਕ ਸਰਵੈਂਟ ਜਿਹੜਾ ਲੌਫੁਲ ਐਕਟ ਕਰਨ ਲਈ ਉਹ ਅਪਾਇੰਟ ਹੋਇਆ ਔਰ ਉਹ ਨਹੀਂ ਕਰ ਰਿਹਾ, ਔਰ ਉਹਦੇ ਲਈ ਕਿਸੇ ਨੂੰ ਨੁਕਸਾਨ ਹੋ ਰਿਹਾ, ਟੂ ਕਾਜ਼ ਇੰਜਰੀ ਟੂ ਐਨੀ ਪਬਲਿਕ ਪਰਸਨ, ਇਹਦੇ ਲਈ ਇਹ ਲਾਇਬਲ ਨੇ ਇਸ ਚੀਜ਼ ਲਈ। ਔਰ ਕੋਈ ਵੀ ਬੰਦਾ, ਕੋਈ ਵੀ ਪਬਲਿਕ ਦਾ ਬੰਦਾ ਇਹ ਕੇਸ ਫਾਈਲ ਕਰ ਸਕਦਾ ਹੈ। ਔਰ ਤੁਸੀਂ ਖੁਦ ਦੇਖਿਆ ਹੋਣਾ ਵੈ, ਆਪਾਂ ਇੱਥੇ ਬੈਠ ਕੇ ਇੰਡੀਆ ਦੇ ਵਿੱਚ ਇਹ ਕਹਿੰਦੇ ਆ ਜੀ ਬਾਹਰਲੇ ਮੁਲਕ ਬਹੁਤ ਡਿਵੈਲਪ ਹੋ ਗਏ, ਬਾਹਰਲੀਆਂ ਸਰਕਾਰਾਂ ਬਹੁਤ ਸੁਣਦੀਆਂ ਨੇ, ਉਹ ਕਿਉਂ ਹੈ? ਉੱਥੇ ਇਸ ਲਾਅ ਨੂੰ ਫੋਲੋ ਕੀਤਾ ਜਾਂਦਾ ਹੈ। ਕਿਸੇ ਬੰਦੇ ਨੂੰ ਕੋਈ ਨੁਕਸਾਨ ਹੋ ਜਾਵੇ, ਕਿਸੇ ਦੀ ਗੱਡੀ ਸੜਕ ਟੁੱਟੀ ਹੋਣ ਕਰਕੇ ਟੁੱਟ ਜਾਵੇ, ਉਹ ਮਿੰਟ ਦੇ ਵਿੱਚ ਕੋਰਟ 'ਚ ਜਾ ਕੇ ਉਸ ਏਰੀਏ ਦੇ ਆਫੀਸ਼ੀਅਲ ਲਈ ਜਾਂ ਉਸ ਏਰੀਏ ਲਈ ਪੋਲੀਟੀਸ਼ੀਅਨ ਦੇ ਉੱਤੇ ਕੇਸ ਕਰ ਦਿੰਦੇ ਨੇ ਕਿ ਇਸ ਪਾਰਟਿਕੂਲਰ ਬੰਦੇ ਕਰਕੇ ਮੈਨੂੰ ਆਹ ਨੁਕਸਾਨ ਹੋ ਗਿਆ ਔਰ ਇਹ ਮੈਨੂੰ ਹਰਜਾਨਾ ਦਿਲਾਇਆ ਜਾਵੇ। ਇਹ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਕਾਨੂੰਨ ਹੈ ਤੇ ਇਹੀ ਕਾਨੂੰਨ ਆਪਣੇ ਇੰਡੀਆ ਲਈ ਵੀ ਹੈ। ਅਸੀਂ ਇਹ ਕਰ ਸਕਦੇ ਹਾਂ ਤੇ ਸਾਨੂੰ ਇਹ ਕਰਨਾ ਚਾਹੀਦਾ ਹੈ। ਅਸੀਂ ਇਹਨਾਂ ਦਾ ਅਸਲੀ ਕੰਮ ਜਿਹੜਾ ਹੈਗਾ, ਜਿਹੜੇ ਪੋਲੀਟੀਸ਼ੀਅਨ ਨਹੀਂ ਸਮਝ ਰਹੇ ਇੰਨੇ ਸਾਲਾਂ ਤੋਂ ਸਾਡੀ ਰਿਕੁਐਸਟਾਂ, ਅਸੀਂ ਦੇਖਿਆ ਕਿ ਹੁਣ ਕੱਲ ਹੈਬੋਵਾਲ ਦੇ ਵਿੱਚ ਇੱਕ ਗੱਡੀ ਟੋਏ ਦੇ ਵਿੱਚ ਡਿੱਗ ਗਈ, ਉਹ ਸੜਕ ਦੇ ਵਿੱਚ ਗਿਰੀ, ਸੜਕ ਦੇ ਵਿੱਚ ਜੀ, ਮੈਂ ਸੜਕ ਦੇ ਵਿੱਚ ਗਿਰੀ। ਟੋਇਆ ਕਿਉਂ ਕਹਿ ਰਿਹਾ? ਉਹ ਸਾਰੀ ਸੜਕ ਹੀ ਟੋਇਆ ਵਾ ਜੀ। ਉਹ ਟੋਇਆ ਕਿਉਂ ਕਹਿ ਰਿਹਾ ਕਿ ਉਹ ਸੜਕ ਨਹੀਂ ਹੈ, ਉੱਥੇ ਤੁਸੀਂ ਸੜਕ ਤਾਂ ਕਹਿ ਹੀ ਨਹੀਂ ਸਕਦੇ, ਉੱਥੇ ਸੜਕ ਹੈ ਹੀ ਨਹੀਂ ਕਿਤੇ ਬਿਲਕੁਲ ਵੀ, ਉਹ ਸਾਰਾ ਹੀ ਤਾਂ ਸੜਕ ਦੇ ਵਿੱਚ ਸੀ, ਬਿਲਕੁਲ ਸੜਕ ਟੋਏ ਦੇ ਵਿੱਚ ਬਣੀ ਸੜਕ ਦੇ ਵਿੱਚ ਹੀ ਡਿੱਗ ਗਈ, ਜਿਹਨੂੰ ਆਪਾਂ ਸੜਕ ਕਹਿ ਸਕਦੇ ਹਾਂ, ਉਹਦੇ ਵਿੱਚ ਡਿੱਗ ਗਈ। ਤੁਸੀਂ ਉਸ ਗੱਡੀ, ਗਰੀਬ ਬੰਦੇ ਦਾ, ਉਸ ਮਿਹਨਤੀ ਬੰਦੇ ਦਾ ਜਿਹਨੇ ਪੈਸੇ ਇਕੱਠੇ ਕਰਕੇ ਗੱਡੀ ਖਰੀਦੀ, ਉਹਦਾ ਨੁਕਸਾਨ ਹੋ ਗਿਆ, ਉਹਦੀ ਭਰਪਾਈ ਕਿਹਨੇ ਕਰਨੀ ਹੈ? ਜਿਹੜਾ ਟੈਕਸ ਉਹ ਪੇ ਕਰਦਾ ਹੈ। ਤਾਂ ਤੁਹਾਡੇ ਕਹਿਣ ਦਾ ਮਤਲਬ ਉਹ ਬੰਦਾ ਵੀ ਕੇਸ ਕਰ ਸਕਦਾ ਹੈ, ਮੌਜੂਦਾ ਐਮਐਲਏ ਤੇ ਮੌਜੂਦਾ ਰਾਜਨੇਤਾ ਤੇ ਮੌਜੂਦਾ ਕਾਉਂਸਲਰ ਤੇ। ਬਿਲਕੁਲ ਜੀ, ਉਹ ਬੰਦਾ ਵੀ ਕੇਸ ਕਰ ਸਕਦਾ ਵੈ, ਐਮਐਲਏ ਤੇ ਕਰੇ, ਮੇਅਰ ਤੇ ਕਰੇ, ਕਮਿਸ਼ਨਰ ਆਫ ਕਾਰਪੋਰੇਸ਼ਨ ਤੇ ਕਰੇ, ਉਸ ਤੋਂ ਬਾਅਦ ਕਾਉਂਸਲਰ ਤੇ ਕਰੇ, ਜਿਹੜੇ ਇਲਾਕੇ ਦੇ ਅਫਸਰ ਨੇ, ਜਿਹੜਾ ਸੁਪਰਡੈਂਟ ਜੇਈ ਉਸ ਏਰੀਏ ਦੇ ਮੁਰੰਮਤ ਲਈ ਰਿਲਾਇਬਲ ਹੈ, ਉਹਦੇ ਲਈ ਉਹਦੇ ਤੇ ਕਰੇ, ਠੇਕੇਦਾਰ ਤੇ ਕਰੇ, ਉਹ ਹਰੇਕ ਬੰਦੇ ਤੇ ਕੇਸ ਕਰ ਸਕਦਾ ਜਿਹਦੇ ਕਰਕੇ ਉਹਦਾ ਨੁਕਸਾਨ ਹੋਇਆ। ਉਸ ਡੈਮੇਜਸ ਚੀਜ਼ ਪੁੱਛਣਾ ਚਾਹਾਂਗਾ, ਅਕਸਰ ਅਸੀਂ ਇਹ ਦੇਖਿਆ ਅੱਜਕੱਲ ਲੋਕ ਪਬਲਿਸਿਟੀ ਭਾਲਣ ਲਈ ਵੱਡੇ ਵੱਡੇ ਨੇਤਾਵਾਂ ਤੇ ਜਾਂ ਵੱਡੇ ਵੱਡੇ ਲੋਕਾਂ ਤੇ ਕੇਸ ਕਰ ਦਿੰਦੇ, ਤੁਸੀਂ ਵੀ ਕੁਝ ਏਦਾਂ ਦਾ ਹੀ ਤਾਂ ਨਹੀਂ ਕਰ ਰਹੇ? ਦੇਖੋ, ਪਬਲਿਸਿਟੀ ਭਾਲਣ, ਕੇਸ ਕੀਤਾ ਵੀ ਹੈ ਜਾਂ ਖਾਲੀ ਮਤਲਬ ਕਾਗਜ਼ਾਂ 'ਚ ਦਿਖਾ ਰਹੇ ਹੋ? ਦੇਖੋ, ਪਬਲਿਸਿਟੀ ਦੀ ਜਿਹੜੀ ਤੁਸੀਂ ਮੈਨੂੰ ਗੱਲ ਦੱਸ ਰਹੇ ਹੋ, ਭਗਵਾਨ ਦੀ ਦਇਆ ਨਾਲ ਅਸੀਂ ਐਡਵੋਕੇਟ ਬੈਠੇ ਆ, ਸਾਨੂੰ ਬਹੁਤ ਲੋਕੀ ਜਾਣਦੇ ਨੇ, ਔਰ ਬਾਕੀ ਰਹਿ ਗਈ ਇਹਨਾਂ ਤੇ ਕੇਸ ਕਰਨ ਦੀ। ਇਹ ਮੈਂ ਤੁਹਾਨੂੰ ਇੱਕ ਪ੍ਰੂਫ ਦਿਖਾਇਆ ਸੀਗਾ ਜਿਹਦੇ ਵਿੱਚ ਆ ਮੇਰੀ ਸੜਕ, ਬਿਲਕੁਲ ਇਹਨਾਂ ਨੇ ਜਲੂਸ ਕੱਢ ਰੱਖਿਆ। ਇਹਨਾਂ ਨੇ ਸੜਕ ਦਾ, ਮੈਂ ਇਹਨਾਂ ਨੂੰ 10 ਵਾਰੀ ਇਹ ਵੀਡੀਓ ਭੇਜ ਕੇ ਰਿਕੁਐਸਟ ਕਰ ਚੁੱਕਾ। ਮੈਂ ਵੈਦ ਸਾਹਿਬ ਦਾ WhatsApp ਤੁਹਾਨੂੰ ਮੈਸੇਜ ਦਿਖਾ ਸਕਦਾ ਜਿਹਦੇ ਤੇ ਮੈਂ ਵੈਦ ਸਾਹਿਬ ਨੂੰ ਕਿੰਨੀ ਵਾਰੀ ਰਿਕੁਐਸਟ ਕੀਤੀ। ਮੈਂ ਵੈਦ ਸਾਹਿਬ ਦੀਆਂ, ਤੁਹਾਡੀ ਇੱਕ ਪਹਿਲਾਂ ਵੀ ਗੱਲਬਾਤ ਇੰਟਰਵਿਊ ਹੋਈ ਸੀ ਤੇ ਵੈਦ ਸਾਹਿਬ ਨੇ ਉਸ ਤੋਂ ਬਾਅਦ ਕਿਹਾ ਸੀ ਮੈਨੂੰ ਤਾਂ ਕੋਈ ਏਦਾਂ ਦਾ ਨੋਟਿਸ ਜਾਂ ਏਦਾਂ ਦਾ ਕੋਈ ਮੁਕੱਦਮਾ ਮਿਲਿਆ ਹੀ ਨਹੀਂ ਹੈ। ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਵਾ। ਪਹਿਲੀ ਗੱਲ ਤਾਂ ਇਹ ਚੀਜ਼ ਕਰਨ ਲਈ ਮੈਨੂੰ ਫੋਰਸ ਕੀਤਾ ਗਿਆ, ਇਹ ਕੇਸ ਫਾਈਲ ਕਰਨ ਲਈ। ਮੈਂ ਵੈਦ ਸਾਹਿਬ ਦੇ ਬਹੁਤ ਚੱਕਰ ਕੱਟੇ ਪਰ ਨਹੀਂ ਉਹਨਾਂ ਨੇ ਮੇਰੀ ਸੁਣਾਈ ਕੀਤੀ। ਦੂਸਰੀ ਗੱਲ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਇਹ ਕੇਸ ਦੀ ਕਾਪੀ ਹੈ ਸੂਟ ਫॉर ਡੈਮੇजेस ਦੀ, ਜਿਹੜਾ ਮੈਂ ਸਿਵਲ ਕੇਸ ਫਾਈਲ ਕੀਤਾ। ਇਹ ਕੇਸ ਦੀ ਕਾਪੀ ਹੈ ਕ੍ਰਿਮੀਨਲ ਕੇਸ ਦੀ 499 120। ਹੁਣ ਵੈਦ ਸਾਹਿਬ ਨੇ ਕਈ ਜਗ੍ਹਾ ਤੇ ਕਹਿਤਾ ਜੀ ਮੈਨੂੰ ਤਾਂ ਕੇਸ ਦੇ ਬਾਰੇ ਨਹੀਂ ਪਤਾ। ਇਹ ਵੈਦ ਸਾਹਿਬ ਦੇ ਕੋਰਟ ਵੱਲੋਂ ਕੱਢੇ ਸਮਨਾਂ ਦੀ ਕਾਪੀ ਹੈ। ਅੱਛਾ, ਸਮਨ ਵੀ ਨਿਕਲ ਗਏ? ਇਹਨਾਂ ਨੂੰ ਸਮਨ ਹੋ ਗਏ ਨੇ, ਪੂਰੇ ਸਮਨ ਹੋਏ ਨੇ 12/11 ਲਈ। ਉਸ ਤੋਂ ਬਾਅਦ ਇਹ ਸਮਨ ਮੈਂ ਥਰੂ ਪੋਸਟ ਵੀ ਭੇਜੇ ਨੇ। ਇਹ ਥਰੂ ਪੋਸਟ ਜਿਹੜੇ ਮੈਂ ਭੇਜੇ ਨੇ ਉਹਦੀ ਰਿਸੀਵਿੰਗ ਹੈ। ਇਹਨਾਂ ਨੂੰ 22/10 ਨੂੰ ਇਹਨਾਂ ਨੂੰ ਅੱਗੇ ਡਿਸਪੈਚ ਹੋ ਗਏ ਸੀਗੇ। 23/10 ਨੂੰ ਇਹਨਾਂ ਨੂੰ 6:30 ਵਜੇ, 23/10 ਨੂੰ ਇਹਨਾਂ ਨੂੰ 8:54 ਤੇ 23/10 ਨੂੰ 8:54 ਤੇ ਵੈਦ ਸਾਹਿਬ ਨੂੰ ਇਹ ਸਮਨ ਰਿਸੀਵ ਹੋ ਗਏ ਨੇ ਥਰੂ ਪੋਸਟ। ਇਹ ਸਪੀਡ ਪੋਸਟ ਵਾਲਿਆਂ ਦਾ ਜਿਹੜਾ ਆਨਲਾਈਨ ਸਾਰਾ ਰਿਕਾਰਡ ਹੁੰਦਾ, ਕੋਈ ਵੀ ਬੰਦਾ ਇਸ ਕਢਾ ਕੇ ਦੇਖ ਸਕਦਾ।
ਇਹਨਾਂ ਨੂੰ 23/10 ਨੂੰ 8:54 ਤੇ ਆਈਟਮ ਰਿਸੀਵ ਹੋ ਗਈ ਹੈ। ਜਿਹੜੇ ਸਮਨ ਮੈਂ ਭੇਜੇ ਸੀਗੇ ਉਹ ਇਹਨਾਂ ਨੂੰ ਰਿਸੀਵ ਹੋ ਚੁੱਕੇ ਨੇ, ਔਰ ਬਿਲਕੁਲ ਇਹ ਜੇ ਕਿਸੇ ਨੂੰ ਕਹਿ ਰਹੇ ਨੇ ਗਲਤ ਹੈ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ, ਇਹ ਸਮਨ ਰਿਸੀਵ ਹੋਣ ਤੋਂ ਬਾਅਦ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕੇਸ ਵਾਪਸ ਲੈਣ ਲਈ। ਮੈਨੂੰ ਉਹਨਾਂ ਬੰਦਿਆਂ ਨੂੰ ਭੇਜਿਆ ਜਾ ਰਿਹਾ ਵੈ, ਕਿਉਂਕਿ ਮੈਂ ਤੁਹਾਨੂੰ ਪਤਾ ਕੋਰਟ ਦੇ ਵਿੱਚ ਬੈਠਾ ਵਾਂ, ਕੈਬਿਨ ਦੇ ਬਾਹਰ ਕੋਈ ਵੀ ਆ ਜਾ ਰਿਹਾ, ਸਾਨੂੰ ਨਹੀਂ ਪਤਾ ਹੁੰਦਾ, ਕੋਈ ਵੀ ਕੋਰਟ 'ਚ ਓਪਨ ਹੈ, ਕੋਈ ਵੀ ਆ ਸਕਦਾ ਹੈ। ਮੈਨੂੰ ਇੱਥੇ ਬੰਦੇ ਭੇਜ ਕੇ ਧਮਕੀ ਦਿੱਤੀ ਜਾਂਦੀ ਮੇਰੇ ਕੈਬਿਨ ਦੇ ਵਿੱਚ ਬਿਠਾ ਕੇ ਕਿ ਅਸੀਂ ਕੇਸ ਲੈ ਕੇ ਆਏ ਕੋਈ, ਔਰ ਇੱਥੇ ਬੈਠ ਕੇ ਮੈਨੂੰ ਉਹ ਧਮਕੀ ਦੇ ਕੇ ਗਏ ਨੇ ਕਿ ਤੈਨੂੰ ਉੱਥੇ ਦੇਖ ਲਾਂਗੇ ਵੀ ਤੂੰ ਗਲਤ ਕਰ ਰਿਹਾ। ਮੈਂ ਵੈਸੇ ਸਾਹਿਬ ਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ ਜੇ ਤੁਹਾਨੂੰ ਚੇਅਰਮੈਨ ਲਗਾਤਾ ਸਰਕਾਰ ਨੇ ਜਾਂ ਤੁਹਾਨੂੰ ਕੈਬਨਿਟ ਰੈਂਕ ਦੇਤਾ ਤੇ ਤੁਸੀਂ ਆਪਣੇ ਏਰੀਆ ਦੇ ਹੁਣ ਬੰਦੇ ਮਾਰਨੇ ਸ਼ੁਰੂ ਕਰੋਗੇ ਜਿਹੜੇ ਆਵਾਜ਼ ਚੱਕ ਰਹੇ ਨੇ, ਔਰ ਜਿਨ੍ਹਾਂ ਨੂੰ ਤੁਸੀਂ ਪਰੇਸ਼ਾਨ ਕੀਤਾ ਆਵਾਜ਼ ਚੱਕਣ ਲਈ। ਮੈਂ ਵੈਸ ਸਾਹਿਬ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਡੀਸੀ ਏਡੀਸੀ ਐਸਡੀਐਮ ਰਹੇ ਹੋ, ਤੁਹਾਨੂੰ ਕਾਨੂੰਨ ਇਹ ਜ਼ਿਆਦਾ ਮੇਰੇ ਤੋਂ ਪਤਾ ਹੋਣੇ ਚਾਹੀਦੇ ਨੇ। ਔਰ ਤੁਸੀਂ ਅੱਜ ਮੈਨੂੰ ਜਿਹੜਾ ਧਮਕਾ ਰਹੇ ਹੋ, ਆ ਵੈਸ ਸਾਹਿਬ ਹੀ ਨੇ ਜਿਹੜੇ ਮੇਰੇ ਨਾਲ ਖੜ ਕੇ ਰਵਨੀਤ ਬਿੱਟੂ ਦੇ ਇਲੈਕਸ਼ਨਾਂ ਦੇ ਵਿੱਚ ਮੇਰੇ ਨਾਲ ਖੜ ਕੇ ਉੱਥੇ ਫੋਟੋਆਂ ਖਿਚਾਉਂਦੇ ਰਹੇ ਵੋਟਾਂ ਮੰਗਣ ਦੇ ਵੇਲੇ। ਅੱਜ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕਰਤਾ। ਮੈਂ ਸੀਪੀ ਸਾਹਿਬ ਨੂੰ ਕੰਪਲੇਂਟ ਵੀ ਇੱਕ ਦਿੱਤੀ ਹੈ, ਪਰ ਉੱਥੋਂ ਵੀ ਕੋਈ ਕਾਰਵਾਈ ਨਹੀਂ ਹੋਣੀ ਸੀਪੀ ਸਾਹਿਬ ਤੋਂ, ਕਿਉਂਕਿ ਆ ਤੁਸੀਂ ਇੱਕ ਦਿਖਾਉਂਦੇ ਪਿਓ। ਕੱਲ ਮੈਂ ਪ੍ਰੈਸ ਦੇ ਵਿੱਚ ਹੀ ਦੇਖਿਆ ਹੋਇਆ ਵੈਦ ਸਾਹਿਬ ਸੀਪੀ ਸਾਹਿਬ ਦੇ ਨਾਲ ਬੈਠ ਕੇ ਤੇ ਹੋਰ ਨੇਤਾਵਾਂ ਨਾਲ ਬੈਠ ਕੇ ਫੋਟੋਆਂ ਪਾਉਂਦੇ ਪਏ ਨੇ। ਉਹ ਸੀਪੀ ਸਾਡੀ ਕਿੱਥੋਂ ਸੁਣਵਾਈ ਕਰਨਗੇ? ਕੱਲ ਨੂੰ ਅਗਰ ਮੈਨੂੰ ਕੁਝ ਹੋ ਜਾਂਦਾ ਵਾ, ਉਹਦੇ ਲਈ ਸੀਪੀ ਲੁਧਿਆਣਾ ਤੇ ਵੈਦ ਸਾਹਿਬ ਤੇ ਉਹਨਾਂ ਦੇ ਗੁਰਗੇ ਜਿਹੜੇ ਸਰਪੰਚ ਜਾਂ ਪੰਚਾਇਤ ਮੈਂਬਰ ਜਾਂ ਜਿਨ੍ਹਾਂ ਤੇ ਮੈਂ ਕੇਸ ਕੀਤਾ ਵਾ, ਜਿਹੜੇ ਸਰਕਾਰੀ ਮੁਲਾਜ਼ਮਾਂ ਤੇ, ਉਹ ਜ਼ਿੰਮੇਵਾਰ ਹੋਣਗੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਵਾ ਜਾਂ ਮੇਰਾ ਕੋਈ ਨੁਕਸਾਨ ਹੁੰਦਾ ਵਾ। ਬਿਲਕੁਲ ਸੀਪੀ ਸਾਹਿਬ ਨੇ ਜਵਾਬ ਦੇ ਦਿੱਤਾ ਵਾ, ਔਰ ਮੇਰੀ ਕੋਈ ਕੰਪਲੇਂਟ ਨਹੀਂ ਲਿੱਤੀ ਜਾ ਰਹੀ, ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਕੀ ਹੁਣ ਮੈਨੂੰ ਧਮਕਾ ਕੇ ਕੇਸ ਵਾਪਸ ਕਰਾਣਗੇ ਇਹ ਵਾਲਾ? ਜੀ ਸਰ, ਮੈਂ ਇਹ ਪੁੱਛਣਾ ਚਾਹਾਂਗਾ ਤੁਹਾਡੀ ਮੰਗ ਕੀ ਹੈ ਬੇਸਿਕਲੀ? ਸਰ ਮੇਰੀ ਮੰਗ ਕੋਈ ਨਹੀਂ ਹੈ। ਮੈਂ ਬੀਇੰਗ ਸਿਟੀਜ਼ਨ ਇੱਕ ਆਪਣਾ ਜਿਹੜਾ ਵੀ ਮੇਰਾ ਕਾਨੂੰਨੀ ਅਧਿਕਾਰ ਸੀਗਾ, ਮੈਂ ਉਹਦੇ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ। ਜਿਹੜਾ ਵੈਦ ਹੋਣ ਚਾਹੇ ਕੋਈ ਵੀ ਐਮਐਲਏ ਹੋਵੇ, ਜਿਹੜੇ ਬੰਦੇ ਦੀ ਜਿਹੜੇ ਵਾਅਦੇ ਕਰਕੇ ਇਹ ਲੋਕੀ ਐਮਐਲਏ ਬਣਦੇ ਨੇ, ਸਾਡੀਆਂ ਵੋਟਾਂ ਲੈਂਦੇ ਨੇ, ਇਹ ਸਾਨੂੰ ਧੋਖਾ ਦਿੰਦੇ ਨੇ ਅੱਗੇ 5 ਸਾਲ, ਉਹ ਵਾਅਦੇ ਪੂਰੇ ਕਰਾਉਣ ਲਈ ਮੇਰੀ ਸੜਕ ਜਿਹੜੀ ਮੇਰੀ ਗਲੀ ਇਹਨਾਂ ਨੇ ਉੱਥੇ ਇੰਨੀ ਬੇਇੱਜ਼ਤੀ ਕਰਾਈ ਪਈ ਹੈ ਕਿ ਮੇਰੇ ਘਰੇ ਮੇਰੇ ਕਲਾਇੰਟ ਮੈਨੂੰ ਇਹ ਕਹਿ ਗਏ ਕਿ ਜਿਹੜੇ ਐਡਵੋਕੇਟ ਆਪਣੇ ਲਈ ਕਾਨੂੰਨਾਂ ਨਾਲ ਨਹੀਂ ਲੜਾਈ ਲੜ ਸਕਦੇ, ਆਪਣਾ ਹੱਕ ਨਹੀਂ ਲੈ ਸਕਦੇ, ਉਹ ਸਾਨੂੰ ਕੀ ਹੱਕ ਦਿਲਾਣਗੇ? ਤੁਸੀਂ ਸੋਚੋ ਸਹੀ ਵੀ ਉੱਥੇ ਕੀ ਮੇਰਾ ਹਾਲ ਹੋਇਆ ਹੋਊਗਾ। ਉਸ ਏਰੀਆ ਦੇ ਵਿੱਚ ਜਿੱਥੇ ਮੈਨੂੰ ਲੋਕੀ ਵਕੀਲ ਦੇ ਨਾਤੇ ਜਾਣਦੇ ਨੇ, ਉਹ ਲੋਕੀ ਮੇਰੇ ਕੋਲੋਂ ਕਿਉਂ ਆਣਗੇ ਜੇ ਮੈਂ ਆਪਣੀ ਗਲੀ ਸਿਰਫ ਮੇਰਾ ਦਰਵਾਜ਼ਾ ਛੱਡਿਆ ਗਿਆ ਸਪੈਸ਼ਲ ਮੈਨੂੰ ਨੀਵਾਂ ਦਿਖਾਉਣ ਲਈ? ਮੈਂ ਲਾਸਟ ਵਿੱਚ ਲੜਾਈ ਖਤਮ ਕਰਨ ਲਈ ਮਕਾਨ ਵੀ ਵੇਚਣ ਤੇ ਲਾਤਾ, ਮੇਰੇ ਗ੍ਰਾਹਕ ਨੂੰ ਭਜਾ ਦਿੱਤਾ ਗਿਆ। ਸਰ ਇੱਕ ਗੱਲ ਦੱਸਾਂ, ਤੁਹਾਡੀ ਗੱਲਾਂ ਤੋਂ ਹੀ ਪਤਾ ਲੱਗਿਆ ਕਿ ਤੁਸੀਂ ਵੀ ਕਾਂਗਰਸ ਨਾਲ ਹੀ ਕਿਤੇ ਨਾ ਕਿਤੇ ਜੁੜੇ ਹੋ। ਵੈਦ ਸਾਹਿਬ ਵੀ ਜਿਹੜੇ ਕੁਲਦੀਪ ਵੈਦ ਜੀ ਹੈ ਉਹ ਵੀ ਕਾਂਗਰਸ ਦੇ ਸੰਬੰਧਿਤ ਹੈ। ਜੇ ਗੱਲਬਾਤ ਕਰੀਏ ਤਾਂ ਕਾਂਗਰਸ ਦੇ ਵੱਖ-ਵੱਖ ਵਿਧਾਇਕਾਂ ਵੱਲੋਂ ਤਾਂ ਆਪਣੇ ਹਲਕੇ ਦੇ ਵਿੱਚ, ਮੈਂ ਸ਼ਹਿਰ ਦੇ ਵਿੱਚ ਨਹੀਂ ਕਹਿ ਰਿਹਾ, ਆਪਣੇ ਹਲਕੇ 'ਚ ਕੋਈ ਲਿਖ ਰਿਹਾ ਮੈਂ 4000 ਕਰੋੜ ਦੇ ਕੰਮ ਕਰਾ ਰਿਹਾ, ਕੋਈ ਲਿਖ ਰਿਹਾ ਕਿ ਸਭ ਤੋਂ ਬੈਸਟ ਇਲਾਕਾ ਜਿਹੜਾ ਹੈਗਾ ਇੱਧਰਲਾ ਹੋ ਗਿਆ, ਮਤਲਬ ਆਪਣਾ ਇਲਾਕੇ ਨੂੰ ਸਭ ਤੋਂ ਬੈਸਟ ਦੱਸਿਆ ਜਾ ਰਿਹਾ ਵਿਕਾਸ ਕਾਰਜ। ਤੇ ਉੱਪਰੋਂ ਤੁਹਾਡੇ ਵਰਗਾ ਆਪਣਾ ਹੀ ਕਾਂਗਰਸੀ, ਦੂਜਾ ਨਹੀਂ, ਆਪਣਾ ਹੀ ਇੱਕ ਵਰਕਰ, ਇੱਕ ਸਿਪਾਹ ਸਾਲਾਰ ਉਸੇ ਐਮਐਲਏ ਤੇ ਕੇਸ ਕਰ ਰਿਹਾ ਕਿ ਆਪਣੇ ਬੇਸਿਕ ਸੁਵਿਧਾਵਾਂ ਨੂੰ ਲੈ ਕੇ। ਸਰ ਮੈਂ ਵਰਕਰ ਕਾਂਗਰਸ ਦਾ ਵਾਂ, ਕਿਸੇ ਪਾਰਟਿਕੂਲਰ ਐਮਪੀ ਐਮਐਲਏ ਦਾ ਨਹੀਂ ਆ। ਮੈਂ ਕਾਂਗਰਸ ਦਾ ਵਰਕਰ ਸੀਗਾ ਤੇ ਰਹੂੰਗਾ। ਪਾਰਟੀ ਦਾ ਜੋ ਸਾਡਾ ਮੋਟਿਵ ਕਹਿ ਰਹੇ ਹਾਂ ਕਿ ਆਪਣੇ ਹੀ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ। ਪਾਰਟੀ ਦਾ ਜੋ ਮੋਟਿਵ ਸੀਗਾ, ਉਹ ਕਾਂਗਰਸ ਦਾ ਮੋਟਿਵ ਜਿਹੜਾ ਸੀਗਾ, ਉਹਨਾਂ ਨੇ ਸਦਾ ਵਰਕਰ ਨੂੰ ਉੱਪਰ ਰੱਖਿਆ। ਤਾਂ ਕਾਂਗਰਸ ਅੱਜ ਤੱਕ ਇੰਨੇ ਸਾਲਾਂ ਤੋਂ, ਇੰਨੇ 100 ਸਾਲ ਤੋਂ ਉੱਪਰ ਹੋ ਗਿਆ ਜਿਹੜੀ ਚੱਲਦੀ ਆ ਰਹੀ ਹੈ। ਕੋਈ ਵੀ ਇੰਨੀ ਪੁਰਾਣੀ ਪਾਰਟੀ ਨਹੀਂ ਚੱਲੀ। ਔਰ ਇਹ ਜਿਹੜੇ ਬੰਦੇ ਨੇ, ਇਹਨਾਂ ਨੂੰ ਬਾਹਰੋਂ ਲਿਆ ਕੇ ਕਾਂਗਰਸ ਦੇ ਚ ਵਾੜਿਆ ਗਿਆ। ਇਹਨਾਂ ਨੇ ਮੋਰੇ, ਮੈਂ ਤੁਹਾਨੂੰ ਦੱਸਦਾ ਵੀ ਇਸ ਮੇਰੇ ਪਾਰਟਿਕੂਲਰ ਕੇਸ 'ਚ ਕੀ ਹੈ। ਪਹਿਲੇ ਤਾਂ ਵੈਦ ਸਾਹਿਬ ਦੀ ਆਈਡੀਓਲੋਜੀ ਕਦੇ ਕਾਂਗਰਸ ਨਾਲ ਰਲੀ ਨਹੀਂ, ਹਰ ਬੰਦੇ ਨੂੰ ਪਤਾ ਵੈ। ਮੈਂ ਹੁਣ ਇਸ ਤੋਂ ਜ਼ਿਆਦਾ ਖੋਲਣਾ ਨਹੀਂ ਚਾਹੁੰਦਾ ਕਿਉਂਕਿ ਪ੍ਰੂਫ ਮੇਰੇ ਕੋਲ ਵੀ ਬਹੁਤ ਪਏ ਨੇ। ਸੈਕਿੰਡ, ਇਹ ਵੈਦ ਸਾਹਿਬ ਨੇ ਜਿੰਨੇ ਵੀ ਅਕਾਲੀ ਵਰਕਰ ਸੀਗੇ ਜਿਹੜੇ ਕਾਂਗਰਸ ਤੇ ਧੱਕਾ ਕਰਦੇ ਰਹੇ ਡਿਊਰਿੰਗ ਅਕਾਲੀ ਗਵਰਨਮੈਂਟ, ਉਹ ਸਾਰੇ ਬੰਦੇ ਇਹਨਾਂ ਨੇ ਕਾਂਗਰਸ 'ਚ ਲਿਆ ਕੇ ਵਾੜੇ। ਇਹ ਜਿਹੜਾ ਸਰਪੰਚ ਹੈ ਜਿਹੜਾ ਸਪੈਸ਼ਲੀ ਵੈਦ ਸਾਹਿਬ ਨਾਲ ਰਲ ਕੇ ਪਰੇਸ਼ਾਨ ਕਰ ਰਿਹਾ, ਇਹ ਪਹਿਲੇ ਅਕਾਲੀ ਦਲ 'ਚ ਸੀਗਾ। ਹੁਣ ਇਹ ਸਰਪੰਚ ਨੂੰ ਕਾਂਗਰਸ ਵਿੱਚ ਲਿਆ ਕੇ ਸਰਪੰਚ ਬਣਵਾਇਆ ਗਿਆ ਮੇਰੇ ਏਰੀਏ 'ਚੋਂ, ਜਦ ਕਿ ਇਹ ਮੇਰੇ ਏਰੀਏ ਦਾ ਰੈਜ਼ੀਡੈਂਟ ਵੀ ਹੈ ਨਹੀਂਗਾ। ਮੇਰੇ ਏਰੀਏ 'ਚ ਨੂੰ ਸਰਪੰਚ ਬਣਾਇਆ ਗਿਆ। ਉਸ ਤੋਂ ਬਾਅਦ ਕਿਉਂਕਿ ਕਾਂਗਰਸ ਨਾਲ ਲਗਾਵ ਸੀਗਾ, ਜੁੜੇ ਹੋਏ ਆ ਸ਼ੁਰੂ ਤੋਂ, ਕਾਂਗਰਸ ਦੇ ਕੈਂਡੀਡੇਟਸ ਚਾਹੇ ਉਹ ਐਮਪੀ ਹੋਣ ਚਾਹੇ ਐਮਐਲਏ ਹੋਣ, ਮੇਰੇ ਰੈਜ਼ੀਡੈਂਸ ਤੇ ਉਹਨਾਂ ਦੀਆਂ ਰੈਲੀਆਂ ਹੁੰਦੀਆਂ ਸੀਗੀਆਂ।
ਮੇਰੇ ਰੈਜ਼ੀਡੈਂਸ ਤੋਂ ਏਰੀਏ ਦੀ ਇਲੈਕਸ਼ਨ ਆਪਰੇਟ ਹੁੰਦੀ ਸੀਗੀ, ਅਸੀਂ ਖੜਦੇ ਸੀ ਉਹਨਾਂ ਦੇ ਨਾਲ। ਮਤਲਬ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਤੁਹਾਡੀ ਹੀ ਸੁਣਵਾਈ ਨਹੀਂ ਹੋ ਰਹੀ। ਤੁਹਾਡਾ ਜਸਟ ਹੈ ਕਿ ਮਹੱਲੇ ਦੀ ਸੜਕ ਬਣਾਣੀ, ਕੋਈ ਆਪਣੀ ਪਰਸਨਲ ਵੀ ਨਹੀਂ ਕਰਨੀ। ਦੇਖੋ ਜੀ, ਸੁਣਵਾਈ ਦੀ ਗੱਲ ਤਾਂ ਤੁਹਾਨੂੰ ਮੈਂ ਦੱਸਾਂ, ਹੈ ਤਾਂ ਹਾਸੇ ਵਾਲੀ ਗੱਲ ਹੈ, ਕਾਂਗਰਸ ਦੀ ਹਿੱਟੀ ਹੈ। ਪਹਿਲੇ ਤਾਂ ਮੰਤਰੀਆਂ ਦੀ ਸੀਐਮ ਦੇ ਮੋਹਰੇ ਸੁਣਵਾਈ ਨਹੀਂ ਹੁੰਦੀ ਸੀਗੀ, ਰੰਧਾਵਾ ਸਾਹਿਬ ਨੇ ਦੱਸਿਆ। ਫਿਰ ਰੰਧਾਵਾ ਸਾਹਿਬ ਦੀ ਸਾਡੇ ਐਮਪੀ ਦੇ ਮੋਹਰੇ ਸੁਣਵਾਈ ਕੋਈ ਨਹੀਂ ਹੁੰਦੀ ਸੀਗੀ। ਰੰਧਾਵਾ ਸਾਹਿਬ ਦੀ ਇੱਕ ਵੀਡੀਓ ਆਈ ਸੀ, ਤੁਸੀਂ ਸਾਰੇ ਪ੍ਰੈਸ ਵਾਲੇ ਭਰਾਵਾਂ ਨੇ ਦੇਖਿਆ ਹੋਣਾ। ਰੰਧਾਵਾ ਸਾਹਿਬ ਉਹ ਉੱਚੀ ਬੋਲ ਰਹੇ ਨੇ, ਇਹ ਸ਼ਾਇਦ 29 ਅਗਸਤ ਦੀ ਇੱਕ ਵੀਡੀਓ ਸੀਗੀ ਰੰਧਾਵਾ ਸਾਹਿਬ ਦੀ। ਉਹਨਾਂ ਨੇ ਕਿਹਾ ਸੀਗਾ ਵੀ ਲੁਧਿਆਣੇ ਦੇ ਐਮਪੀ ਬਿੱਟੂ ਸਾਹਿਬ ਮੇਰਾ ਹੀ ਫੋਨ ਨਹੀਂ ਚੱਕਦੇ ਵੀ ਮੈਂ ਮੰਤਰੀ ਹਾਂ। ਹੁਣ ਜਿਹੜੇ ਬੰਦੇ ਮੰਤਰੀ ਦਾ ਹੀ ਫੋਨ ਨਾ ਚੱਕਣ, ਉਹਨਾਂ ਨੇ ਸਾਡੇ ਵਰਕਰਾਂ ਦੀ ਕੀ ਕਦਰ ਪਾਣੀ ਹੈ? ਅਸੀਂ ਵਰਕਰ ਤਾਂ ਉਹਨਾਂ ਲਈ ਕੁਝ ਵੀ ਨਹੀਂ ਰਹਿ ਗਏ। ਇੱਕ ਮੈਨੂੰ ਤੁਹਾਡੇ ਇਸੇ ਚੀਜ਼ ਤੋਂ ਯਾਦ ਆਇਆ ਕਿ ਤੁਸੀਂ 2 ਦਿਨ ਪਹਿਲਾਂ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਨੇਤਾ ਵਾਪਸ ਲੁਧਿਆਣੇ ਆ ਗਿਆ ਹੈਗਾ। ਦੇਖੋ, ਉਹ ਵੀ ਕਿਸੇ ਦੇ ਕਟਾਕਸ਼ ਸੀਗਾ ਤੁਹਾਡਾ। ਦੇਖੋ, ਹਰੇਕ ਨੂੰ ਪਤਾ ਹੈ ਵੀ ਜੋ ਚੀਜ਼ ਹੋ ਰਹੀ ਹੈ ਲੁਧਿਆਣੇ ਦੇ ਵਿੱਚ, ਮੈਂ ਹੁਣ ਉਹਦੇ 'ਚ ਜ਼ਿਆਦਾ ਨਹੀਂ, ਕਿਉਂਕਿ ਮੈਂ ਪਾਰਟਿਕੂਲਰ ਆਪਣੇ ਕੇਸ ਦੇ ਬਾਰੇ ਬੇਨਤੀ ਕਰਾਂਗਾ। ਤੇ ਠੀਕ ਹੈ, ਜੋ ਹੋ ਰਿਹਾ ਲੁਧਿਆਣੇ ਦੇ ਵਿੱਚ ਇੰਨਾ ਗਲਤ ਹੋ ਰਿਹਾ, ਡਿਵੈਲਪਮੈਂਟ, ਸਮਾਰਟ ਸਿਟੀ। ਜੇ ਮੈਨੂੰ ਲੁਧਿਆਣੇ ਦੇ 10 ਬੰਦੇ ਖੜ ਕੇ ਕਹਿ ਦੇਣ, ਜੈਨੂਅਨ ਲੀਡਰਾਂ ਦੇ ਖਰੀਦੇ ਹੋਏ ਵਾਲੇ ਬੰਦੇ ਨਹੀਂ, ਜੈਨੂਅਨ ਬੰਦੇ ਕਹਿ ਦੇਣ ਵੀ 10 ਬੰਦੇ ਖੜ ਕੇ ਕਿ ਸਾਡੇ ਏਰੀਏ 'ਚ ਡਿਵੈਲਪਮੈਂਟ ਹੋਈ ਹੈ, ਤਾਜਪੁਰ ਰੋਡ ਹੋ ਗਈ, ਹੈਬੂਆ ਰੋਡ ਹੋ ਗਈ। ਉਸ ਤੋਂ ਬਾਅਦ ਅੱਜ ਮੈਂ ਸਵੇਰੇ ਖਬਰ ਦੇਖ ਰਿਹਾ ਸੀਗਾ, ਜਿਹੜੀ ਕੁਮਾਰ ਮੰਡੀ ਰੋਡ ਆ 3 ਦਿਨ ਪਹਿਲੇ ਬਣੀ ਸੀ, ਉਹ ਹੁਣ ਟੁੱਟ ਗਈ ਹੈ ਇਸ ਵੇਲੇ। ਫਿਰੋਜ਼ਪੁਰ ਰੋਡ, ਉਸ ਤੋਂ ਬਾਅਦ ਡੁਗਰੀ ਰੋਡ, ਉਸ ਤੋਂ ਬਾਅਦ ਆ ਜਿਹੜਾ ਪੁਲ ਸਾਡਾ ਮੇਨ ਸਬਜ਼ੀ ਮੰਡੀ ਵਾਲਾ ਪੁਲ। ਤੁਹਾਨੂੰ ਕਿਤੇ ਡਿਵੈਲਪਮੈਂਟ ਲੱਗਦੀ ਹੈ? 10 ਬੰਦੇ ਜੈਨੂਅਨ ਮੈਨੂੰ ਖੜ ਕੇ ਦੱਸ ਦਿਓ ਵੀ ਲੁਧਿਆਣੇ ਦੇ ਵਿੱਚ ਸਮਾਰਟ ਸਿਟੀ ਦੀ ਕੋਈ ਡਿਵੈਲਪਮੈਂਟ ਹੋਈ ਹੈ। ਸਿਰਫ ਲੁੱਟ ਖਸੁੱਟ ਹੋਈ ਹੈ। ਆਪਣਾ ਰੇਤਾ ਟਿਕਾਣੇ ਲਗਾਉਣ ਲਈ ਸਿਰਫ ਟਾਈਲਾਂ ਲਗਾਈਆਂ ਜਾ ਰਹੀਆਂ ਨੇ, ਆਪਣੇ ਠੇਕੇ ਪੂਰੇ ਕਰਨ ਲਈ ਸਿਰਫ ਇਹ ਚੀਜ਼ ਹੋ ਰਹੀ ਹੈ। ਮੈਨੂੰ ਨਹੀਂ ਲੱਗਦਾ ਪਿਆ, ਤੁਸੀਂ ਕਹਿ ਰਹੇ ਹੋ ਕਿ ਆ ਨਾਲੇ ਦੇ ਉੱਤੇ 350-400 ਕਰੋੜ ਦਾ ਠੇਕਾ ਹੋ ਗਿਆ, ਹੁਣ ਤੱਕ ਕਿਸੇ ਨੇ ਇੱਕ ਬਾਲਟੀ ਵਿੱਚੋਂ ਗੰਦਾ ਪਾਣੀ ਨਹੀਂ ਕੱਢਿਆ ਹੋਣਾ। ਠੀਕ, ਸਿਰਫ ਲੁੱਟ ਖਸੁੱਟ ਹੋ ਰਹੀ ਹੈ, ਕੋਈ ਸਮਾਰਟ ਸਿਟੀ ਨਹੀਂ, ਕੋਈ ਕੁਝ ਨਹੀਂ। ਜਿਹਦਾ ਜਿੱਥੇ ਹੱਥ ਪੈ ਰਿਹਾ ਉਹ ਪਾ ਰਿਹਾ। ਦੂਸਰੇ ਬੰਦੇ ਨੂੰ ਲੁਧਿਆਣੇ ਤੋਂ ਬਾਹਰ ਬਿਠਾ ਦਿੱਤਾ ਜਾਂਦਾ ਵੀ ਅਸੀਂ ਤੈਨੂੰ ਤੇਰੀ ਪੇਮੈਂਟ ਪਹੁੰਚਾ ਦਾਂਗੇ, ਆਣਾ ਨਹੀਂ ਬਾਈ ਤੂੰ ਲੁਧਿਆਣੇ। ਇਸ ਕਰਕੇ ਮੇਰੇ ਕੋਲੋਂ ਇਹ ਚੀਜ਼ਾਂ, ਮੈਂ ਇੰਨਾ ਕੁ ਅੰਦਰ ਤੱਕ ਹੈਗਾ ਵਾ, ਮੈਨੂੰ ਹਰ ਚੀਜ਼ ਪਤਾ ਵਾ, ਮੈਂ ਇਹ ਚੀਜ਼ ਨਹੀਂ ਖੋਲਣਾ ਚਾਹੁੰਦਾ। ਮੈਂ ਸਿਰਫ ਆਪਣੀ ਪਰੇਸ਼ਾਨੀ ਦੇ ਲਈ ਇਹ ਕੇਸ ਕੀਤਾ। ਮੇਰਾ ਦਰਵਾਜ਼ਾ ਗੰਦਾ ਕੀਤਾ, ਮੈਨੂੰ ਡਿਫੇਮ ਕੀਤਾ ਗਿਆ, ਮੈਨੂੰ ਫਿਜ਼ੀਕਲ ਹਰਾਸਮੈਂਟ ਕੀਤੀ ਗਈ ਹੈ, ਮੈਨੂੰ ਇਮੋਸ਼ਨਲ ਹਰਾਸਮੈਂਟ ਕੀਤੀ ਗਈ, ਮੈਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਅੱਜ ਮੈਂ ਇਹਨਾਂ ਐਮਐਲਏਆਂ ਦੇ ਅਗੇਂਸਟ ਚੱਲਿਆ। ਔਰ ਮੈਂ ਤੁਹਾਡੇ ਰਾਹੀਂ ਇਹ ਪਬਲਿਕ ਨੂੰ ਰਿਕੁਐਸਟ ਕਰਦਾ ਕਿ ਵੱਧ ਤੋਂ ਵੱਧ ਜਿਹਨੂੰ ਪਰੇਸ਼ਾਨੀ ਹੈ, ਇਹਨਾਂ ਨੂੰ ਕਾਨੂੰਨ ਦੇ ਰਾਹੀਂ ਇਹਨਾਂ ਨੂੰ ਖਿੱਚੋ। ਇਹਨਾਂ ਨੂੰ ਪਤਾ ਲੱਗੇ ਕਿ ਇਹ ਸਾਡੇ ਸਰਵੈਂਟ ਹੈ, ਇਹ ਪਬਲਿਕ ਸਰਵੈਂਟ ਹੈ, ਇਹ ਨਾ ਕਿ ਐਮਐਲਏ ਜਾਂ ਕੌਂਸਲਰ ਨੇ। ਇਹਨਾਂ ਨੂੰ ਕਾਨੂੰਨ 'ਚ ਖਿੱਚੋ। ਜਿਹੜੇ ਐਮਐਲਏ ਨੂੰ, ਜਿਹੜੇ ਪੋਲੀਟੀਸ਼ੀਅਨ ਨੂੰ ਤੁਸੀਂ ਨੱਥ ਨਹੀਂ ਪਾ ਸਕਦੇ, ਜਿਹੜੇ ਬਿਊਰੋਕਰੈਟ ਨੂੰ, ਜਿਹੜੇ ਅਫਸਰ ਨੂੰ ਤੁਸੀਂ ਨੱਥ ਨਹੀਂ ਪਾ ਸਕਦੇ, ਉਹਨੂੰ ਕੋਰਟ ਪਾਏਗੀ। ਔਰ ਕੋਰਟ ਦੇ ਰਾਹੀਂ ਇਹਨਾਂ ਨੂੰ ਨੱਥ ਪਾਓ। ਠੀਕ ਹੈ ਜੀ, ਕੁਝ ਹੋਰ ਕਹਿਣਾ ਚਾਹੋਗੇ? ਬਸ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਜਿਹਨੂੰ ਵੀ ਇਸ ਚੀਜ਼ ਲਈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਾਨੂੰਨ ਦੇ ਵਿੱਚ ਹੈਲਪ ਲੈਣ ਲਈ ਕਾਫੀ ਟਾਈਮ ਦੇ ਕੇ ਔਰ ਖਰਚਾ ਕਰਕੇ ਇਸ ਰਾਹ ਦੇ ਉੱਤੇ ਚੱਲਣਾ ਪੈਂਦਾ ਵਾ। ਮੈਂ ਪਾਰਟਿਕੂਲਰ ਇੱਕ ਰਿਕੁਐਸਟ ਕਰਦਾ ਵਾਂ ਕਿ ਜਿਹੜੇ ਵੀ ਬੰਦੇ ਨੂੰ ਇਸ ਕੰਮ ਦੇ ਲਈ ਮੇਰੀ ਹੈਲਪ ਦੀ ਲੋੜ ਹੈ, ਬੀਇੰਗ ਐਡਵੋਕੇਟ, ਮੈਂ ਉਹਨੂੰ ਬਿਲਕੁਲ ਫ੍ਰੀ ਅਸਿਸਟ ਕਰਾਂਗਾ। ਅੱਗੇ ਆਓ। ਜਿਹੜਾ ਐਮਐਲਏ, ਜਿਹੜਾ ਤੁਹਾਡਾ ਜਨ ਪ੍ਰਤੀਨਿਧੀ, ਜਿਹੜਾ ਅਫਸਰ, ਇੱਥੇ ਤੱਕ ਕਿ ਜਿਹੜਾ ਪੁਲਿਸ ਵਾਲਾ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਕਰ ਰਿਹਾ, ਆਪਣਾ ਡਿਊਟੀ ਨਹੀਂ ਨਿਭਾ ਰਿਹਾ, ਇੱਥੇ ਆਓ ਸਾਡੇ ਕੋਲੋਂ। ਅਸੀਂ ਬਿਲਕੁਲ ਫ੍ਰੀ ਆਫ ਕੋਸਟ ਤੁਹਾਡੀ ਹੈਲਪ ਕਰਾਂਗੇ, ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਅਸਿਸਟ ਕਰਾਂਗੇ। ਜੋ ਤੁਹਾਨੂੰ ਕਚਹਿਰੀ ਦੇ ਵਿੱਚ ਸਾਡੀ ਹੈਲਪ ਦੀ ਲੋੜ ਹੈ ਅਸੀਂ ਕਰਾਂਗੇ। ਅਸੀਂ ਬਿਲਕੁਲ ਤੁਹਾਡੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਖੜਾਂਗੇ। ਪਰ ਹੁਣ ਇਹਨਾਂ ਨੂੰ ਨਾ ਛੱਡੋ। ਖੜ ਕੇ ਲੋਕਾਂ ਦੇ ਧਰਨੇ ਲਗਾਉਣ ਦੇ ਨਾਲ ਕੁਝ ਨਹੀਂ ਬਣੇਗਾ, ਸੜਕਾਂ ਦੇ ਉੱਤੇ ਨਾਅਰੇ ਲਗਾਉਣ ਨਾਲ ਕੁਝ ਨਹੀਂ ਬਣੇਗਾ, ਇਹ ਕਾਮੇਡੀਆਂ ਕਰਨ ਨਾਲ ਕੁਝ ਨਹੀਂ ਬਣੇਗਾ, ਜਿਹੜੀਆਂ ਆਪਾਂ ਸੜਕਾਂ ਤੇ ਖੜ ਕੇ ਕਾਮੇਡੀਆਂ ਕਰਦੇ ਆ, ਜਾਂ ਇਹਨਾਂ ਦੇ ਨਾਲ ਇਹਨਾਂ ਦੇ ਜੂਨ ਹੀ ਸਰਕਦੀ, ਇਹਨਾਂ ਦੇ ਘਰਾਂ ਦੇ ਬਾਹਰ ਆਪਾਂ ਧਰਨੇ ਲਗਾਉਂਦੇ ਆ। ਕੋਰਟ ਦੇ ਵਿੱਚ ਆਓ, ਕੋਰਟ 'ਚ ਖਿੱਚੋ ਇਹਨਾਂ ਨੂੰ। ਜੋ ਤੁਹਾਡਾ ਰਾਈਟ ਹੈ ਉਹਨੂੰ ਅਵੇਲ ਕਰੋ, ਕਾਨੂੰਨੀ ਲੜਾਈ ਲੜੋ। ਮੈਂ ਤੁਹਾਡੀ ਹੈਲਪ ਕਰਾਂਗਾ ਔਰ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਅਸਿਸਟ ਕਰਾਂਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਪਰ ਇਹਨਾਂ ਜਨ ਪ੍ਰਤੀਨਿਧੀਆਂ ਨੂੰ ਇਹਨਾਂ ਦੀ ਲੈਵਲ ਜ਼ਰੂਰ ਦਿਖਾਓ ਕਿ ਇਹ ਸਾਡੇ ਸਰਵੈਂਟ ਹੈ। ਦੋਸਤੋ, ਇਹ ਸੀਗੇ ਅਰੁਣ ਖੁਰਮੀ ਜੀ, ਜਿਨ੍ਹਾਂ ਨੇ ਬਹੁਤ ਹੀ ਇਮੋਸ਼ਨ ਦੇ ਵਿੱਚ ਆ ਕੇ, ਦਿਲੋਂ ਦੀ ਜਜ਼ਬਾਤੀ ਹੋ ਕੇ ਜਿਹੜੀਆਂ ਗੱਲਾਂ ਕੀਤੀਆਂ। ਸਾਨੂੰ ਵੀ ਬੜੀ ਹੈਰਾਨੀ ਹੋਈ ਕਿ ਇੱਕ ਕਾਂਗਰਸ ਦੇ ਵਰਕਰ ਦੀ ਹੀ ਕਾਂਗਰਸ ਦੇ ਵਿੱਚ ਸੁਣਵਾਈ ਨਹੀਂ ਹੋਈ, ਕਾਂਗਰਸ ਦੇ ਜਨਪ੍ਰਤੀਨਿਧੀਆਂ ਵੱਲੋਂ ਸੁਣਵਾਈ ਨਹੀਂ ਕੀਤੀ ਗਈ। ਔਰ ਨਤੀਜਾ ਇਹ ਕਿ ਉਹਨਾਂ ਨੂੰ ਆਪਣੀ ਆਵਾਜ਼
ਜਿਹੜੀ ਆਪਣੀ ਮੂਲਭੂਤ ਸੁਵਿਧਾਵਾਂ ਲੈਣ ਲਈ ਜਿਹੜੀ ਇੱਕ ਰਾਈਟ ਹੈਗਾ ਇੱਕ ਆਮ ਇੰਡੀਅਨ ਦਾ, ਉਹਦੇ ਲਈ ਵੀ ਇੱਕ ਕੇਸ ਕਰਨਾ ਪੈ ਰਿਹਾ, ਔਰ ਕੇਸ ਵੀ ਜਨ ਪ੍ਰਤੀਨਿਧੀਆਂ ਤੇ ਕਰਨਾ ਪੈ ਰਿਹਾ। ਸੋ ਉਹਨਾਂ ਨੇ ਇੱਕ ਚੀਜ਼ ਹੋਰ ਬੜੀ ਵਧੀਆ ਦੱਸੀ ਕਿ ਇਹ ਸਾਡੇ ਸਭ ਦਾ ਰਾਈਟ ਹੈਗਾ। ਸੋ ਜਿਹੜਾ ਵੀ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਜਿਹੜਾ ਵੀ ਇਨਸਾਨ ਉਹਨੂੰ ਲੱਗਦਾ ਕਿ ਉਹਦੀ ਸੁਣਵਾਈ ਨਹੀਂ ਹੋ ਰਹੀ, ਇਹਨਾਂ ਦੇ ਧਰਨੇ ਪ੍ਰਦਰਸ਼ਨ ਕਰਨ ਨਾਲੋਂ ਉਹਨਾਂ ਨੂੰ ਕਾਨੂੰਨੀ ਲੜਾਈ ਦੇ ਵਿੱਚ ਉਲਝਾਓ, ਤਾਂ ਕਿ ਉਹ ਜਿਹੜਾ ਹੈਗਾ ਜਲਦ ਤੋਂ ਜਲਦ ਜਿਹੜਾ ਹੈਗਾ ਤੁਹਾਡੇ ਇੱਕ ਸਿਸਟਮ ਦਾ ਸੁਧਾਰ ਹੋ ਸਕੇ। ਏਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ रूबरू ਹੁੰਦੇ ਰਵਾਂਗੇ। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।